ਇਨਸਾਨਾਂ ਦੀ ਗੱਲ ਕਰੀਏ ਤਾਂ ਵੱਖਰੀ ਹੈ, ਪਰ ਜਿਹਨੂੰ ਆਪਾਂ ਸਭ ਤੋਂ ਸੌਫਟ ਮੰਨਦੇ ਹਾਂ ਪੌਦੇ ਯਾਨੀ ਕਿ ਫਸਲਾਂ, ਉਹ ਸਭ ਤੋਂ ਰੱਬ ਵੱਲੋਂ ਬਣਾਈ ਗਈਆਂ, ਸਭ ਤੋਂ ਕੋਮਲ ਕਹਿ ਲਓ। ਜੇਕਰ ਉਹਨਾਂ ਨੂੰ ਸਹੀ ਦੇਖਭਾਲ ਮਿਲ ਜਾਵੇ ਤਾਂ ਸਭ ਤੋਂ ਮਜ਼ਬੂਤ ਕਹਿ ਲਓ। ਕਣਕ ਜੋ ਕਿ ਪੰਜਾਬ ਦੀ ਇੱਕ ਮੁੱਖ ਫਸਲ ਹੈ, ਇਸ ਦੇਸ਼ ਦਾ ਹੀ ਨਹੀਂ ਪੂਰੀ ਦੁਨੀਆ ਦਾ ਇੱਕ ਇਹੋ ਜਿਹਾ ਖਿੱਤਾ ਹੈ ਜਿੱਥੇ ਕਣਕ ਸਭ ਤੋਂ ਵਧੀਆ ਕਿਸਮ ਦੀ ਪੈਦਾ ਹੋ ਸਕਦੀ। ਪਰ ਉਸ ਦੀ ਇੱਕ ਗਰੰਟੀ ਸਿਰਫ ਇਹ ਹੈ ਕਿ ਜਿਹੜਾ ਮਾਰਚ ਮਹੀਨਾ ਹੈ ਜਾਂ ਅਪ੍ਰੈਲ ਦਾ ਸ਼ੁਰੂ ਵਾਲਾ ਮਹੀਨਾ, ਉਹ ਥੋੜ੍ਹਾ ਜਿਹਾ ਠੰਡਾ ਰਹਿ ਜੇ। ਆਪਾਂ ਕਹਿੰਦੇ ਹੁੰਦੇ ਹਾਂ ਕਿ ਵਿਸਾਖੀ ਤੋਂ ਬਾਅਦ ਜਿਹੜੀ ਇਹਦੀ ਵਾਢੀ ਸ਼ੁਰੂ ਹੁੰਦੀ ਹੈ ਅਸਲ ਦੇ ਵਿੱਚ, ਔਰ ਜੇਕਰ ਆਪਾਂ ਹੁਣ ਫੀਲਡ ਦੇ ਵਿੱਚ ਹੀ ਵੇਖਾਂਗੇ ਕਣਕਾਂ ਤਾਂ ਹੁਣੇ ਤਿਆਰ ਹੋਈ ਪਈਆਂ ਨੇ। ਫਸਲ ਦਾ ਝਾੜ 10 ਤੋਂ 15% ਯਾਨੀ 1 ਤੋਂ 1.5 ਕੁਇੰਟਲ ਤੱਕ ਲਗਭਗ ਆਮ ਖੇਤ ਦੇ ਵਿੱਚ ਤੁਹਾਨੂੰ ਗਿਰਾਵਟ ਨਜ਼ਰ ਆਊਗੀ। ਕੁੱਖ ਵਿੱਚ ਧੀ ਧਰਤ ਤੇ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ। ਪੰਜਾਬ ਦੀ ਸਥਿਤੀ ਜਿਸ ਤਰ੍ਹਾਂ ਵਾਤਾਵਰਣ ਵਿੱਚ ਆਏ ਬਦਲਾਅ ਨੂੰ ਲੈ ਕੇ ਭਿਆਨਕ ਹੁੰਦੀ ਜਾ ਰਹੀ ਆ, ਪਾਣੀ ਸਾਡਾ ਥੱਲੇ ਜਾ ਰਿਹਾ ਤੇ ਖੇਤੀ ਮਾਹਰ ਇਸ 'ਤੇ ਚਿੰਤਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਇਸ ਜਰਖੇਜ਼ ਧਰਤੀ ਦਾ ਬੰਜਰ ਬਣਦਿਆਂ ਹੁਣ ਜ਼ਿਆਦਾ ਸਮਾਂ ਨਹੀਂ ਲੱਗਣਾ। ਇਸ ਵਕਤ ਪੰਜਾਬ ਦੇ ਵਿੱਚ ਕਣਕ ਦੀ ਫਸਲ ਬਿਲਕੁਲ ਤਿਆਰ ਪੱਕਣ ਲਈ ਖੜੀ ਆ, ਪਰ ਜਿਸ ਤਰ੍ਹਾਂ ਦਾ ਵਾਤਾਵਰਣ ਦੇ ਵਿੱਚ ਗਰਮੀ ਆਈ ਆ, ਜਿਸ ਤਰ੍ਹਾਂ ਇਸ ਮਹੀਨਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਗਰਮੀ ਇੱਕਦਮ ਵਧੀ ਆ, ਕਣਕ ਦੇ ਝਾੜ ਦੇ ਉੱਪਰ ਅਸਰ ਪੈਣਾ ਬਿਲਕੁਲ ਲਾਜ਼ਮੀ ਆ। ਜਿਸ ਕਣਕ ਦੇ ਅਸਰ ਦੇ ਝਾੜ ਦੀ ਗੱਲ ਆਪਾਂ ਕਰਨ ਜਾ ਰਹੇ ਹਾਂ, ਸਾਡੇ ਨਾਲ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਰੁੜਕਾ ਬਲਾਕ ਦੇ ਮੌਜੂਦ ਨੇ। ਸਾਡੇ ਨਾਲ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਹ ਗਰਮੀ ਵਧੀ ਆ ਤੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਝਾੜ 'ਤੇ ਕੀ ਅਸਰ ਪਵੇਗਾ। ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਜਿਵੇਂ ਕਿ ਸਰ ਨੇ ਗੱਲ ਹੀ ਕੀਤੀ ਹੈ ਕਿ ਆਪਣਾ ਕਿ ਕੁੱਖ ਵਿੱਚ ਧੀ ਤੇ ਧਰਤੀ 'ਚ ਪਾਣੀ, ਬਿਲਕੁਲ ਸਹੀ ਗੱਲ ਕਹੀ ਹੈ। ਤਾਂ ਕਿਸਾਨ ਵੀਰਾਂ ਨੂੰ, ਜਿੱਥੇ ਕਿ ਤੁਸੀਂ ਸਭ ਜਾਣਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਮਾਰਚ ਦੇ ਮਹੀਨੇ 'ਚ ਹੀ ਗਰਮੀ ਦਾ ਇੰਨਾ ਭਿਅੰਕਰ ਰੂਪ ਦੇਖਣਾ ਪੈ ਰਿਹਾ ਹੈ। ਜੇ ਆਪਾਂ ਇਨਸਾਨਾਂ ਦੀ ਗੱਲ ਕਰੀਏ ਤਾਂ ਵੱਖਰੀ ਹੈ, ਪਰ ਜਿਹਨੂੰ ਆਪਾਂ ਸਭ ਤੋਂ ਸੌਫਟ ਮੰਨਦੇ ਹਾਂ ਪੌਦੇ ਯਾਨੀ ਕਿ ਫਸਲਾਂ, ਉਹ ਸਭ ਤੋਂ ਰੱਬ ਵੱਲੋਂ ਬਣਾਈ ਗਈਆਂ, ਸਭ ਤੋਂ ਕੋਮਲ ਕਹਿ ਲਓ। ਜੇਕਰ ਉਹਨਾਂ ਨੂੰ ਸਹੀ ਦੇਖਭਾਲ ਮਿਲ ਜਾਵੇ ਤਾਂ ਸਭ ਤੋਂ ਮਜ਼ਬੂਤ ਕਹਿ ਲਓ। ਪਰ ਜੇ ਆਪਾਂ ਖਾਣ ਪੀਣ ਵਾਲੀ ਜਿਹਦੀ ਫਸਲਾਂ ਦੇ ਵਿੱਚ ਗੱਲ ਕਰੇ, ਕਣਕ ਜੋ ਕਿ ਪੰਜਾਬ ਦੀ ਇੱਕ ਮੁੱਖ ਫਸਲ ਹੈ, ਇਸ ਵੇਲੇ ਜਿਹੜਾ ਪੰਜਾਬ ਇੱਕ ਇਹੋ ਜਿਹਾ ਖਿੱਤਾ ਹੈ, ਇਸ ਦੇਸ਼ ਦਾ ਹੀ ਨਹੀਂ ਪੂਰੀ ਦੁਨੀਆ ਦਾ ਇੱਕ ਇਹੋ ਜਿਹਾ ਖਿੱਤਾ ਹੈ ਜਿੱਥੇ ਕਣਕ ਸਭ ਤੋਂ ਵਧੀਆ ਕਿਸਮ ਦੀ ਪੈਦਾ ਹੋ ਸਕਦੀ। ਪਰ ਉਸ ਦੀ ਇੱਕ ਗਰੰਟੀ ਸਿਰਫ ਇਹ ਹੈ ਕਿ ਜਿਹੜਾ ਮਾਰਚ ਮਹੀਨਾ ਹੈ ਜਾਂ ਅਪ੍ਰੈਲ ਦਾ ਸ਼ੁਰੂ ਵਾਲਾ ਮਹੀਨਾ, ਉਹ ਥੋੜ੍ਹਾ ਜਿਹਾ ਠੰਡਾ ਰਹਿ ਜੇ। ਠੰਡਾ ਮਤਲਬ ਮੇਰਾ ਕਹਿਣ ਦਾ ਪਰਪਸ, ਜਿਹੜਾ ਦਾਣੇ ਬਣਨ ਲਈ ਸਭ ਤੋਂ ਵਧੀਆ ਟੈਂਪਰੇਚਰ ਹੁੰਦਾ ਵਾ 25 ਤੋਂ 30 ਡਿਗਰੀ ਦੇ ਵਿਚਕਾਰ ਦਾ ਟੈਂਪਰੇਚਰ, ਉਹ ਸਭ ਤੋਂ ਵਧੀਆ ਹੁੰਦਾ ਵਾ। ਜੇ ਰਮਨ ਜੀ, ਆਪਾਂ ਗੱਲ ਕਰਾਂਗੇ ਕਿ ਤੁਸੀਂ ਮਾਹਰ ਹੋ, ਤੁਹਾਨੂੰ ਸਾਰੀਆਂ ਇਹਨਾਂ ਦੇ ਰੁੱਤਾਂ ਦੇ ਬਾਰੇ ਵੀ ਕਿਹੜੀ ਫਸਲ ਲਈ ਕਿਹੜੀ ਰੁੱਤ ਦੇ ਵਿੱਚ ਕਿੰਨਾ ਟੈਂਪਰੇਚਰ ਚਾਹੀਦਾ। ਵੀ ਆਪਾਂ ਕਣਕ ਦੀ ਗੱਲ ਕਰੀਏ, ਜਿਹੜਾ ਕਣਕ ਦੇ ਵਿੱਚ ਮਤਲਬ ਪਹਿਲਾਂ ਦੁੱਧ ਪੈਦਾ ਹੁੰਦਾ ਆ, ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਠੰਡਾ ਮੌਸਮ ਚਾਹੀਦਾ, ਜਿੰਨਾ ਮਾਰਚ ਦੇ ਅਖੀਰ ਦੇ ਵਿੱਚ ਅਤੇ ਚੜ੍ਹਦੇ ਅਪ੍ਰੈਲ ਦੇ ਵਿੱਚ ਜਿੰਨੀ ਗਰਮੀ ਵਧੀ ਆ, ਤੁਹਾਨੂੰ ਲੱਗਦਾ ਆ ਕਿ ਜਿਹੜਾ ਦਾਣਾ ਜਿਹੜਾ ਆ ਉਹ ਪੂਰਾ ਵਿਕਾਸ ਨਹੀਂ ਕਰ ਪਾਊਗਾ, ਸੁੰਗੜ ਜਾਊਗਾ, ਜਿੰਨਾ ਕਣਕ ਦਾ ਝਾੜ ਘਟੂਗਾ ਇਸ ਵਾਰ? ਬਿਲਕੁਲ, ਤੁਹਾਡਾ ਬਿਲਕੁਲ ਵਾਜਬ ਸਵਾਲ ਹੈ। ਅਤੇ ਕੀ ਮੈਂ ਜਿਵੇਂ ਪਹਿਲੀ ਗੱਲ ਕਰ ਚੁੱਕਿਆ ਕਿ ਮਾਰਚ ਦੇ ਅਤੇ ਮਿਡ ਅਪ੍ਰੈਲ ਆਪਾਂ ਕਹਿੰਦੇ ਹੁੰਦੇ ਹਾਂ ਕਿ ਵਿਸਾਖੀ ਤੋਂ ਬਾਅਦ ਜਿਹੜੀ ਇਹਦੀ ਵਾਢੀ ਸ਼ੁਰੂ ਹੁੰਦੀ ਹੈ ਅਸਲ ਦੇ ਵਿੱਚ, ਔਰ ਜੇਕਰ ਆਪਾਂ ਹੁਣ ਫੀਲਡ ਦੇ ਵਿੱਚ ਹੀ ਵੇਖਾਂਗੇ ਕਣਕਾਂ ਤਾਂ ਹੁਣੇ ਤਿਆਰ ਹੋਈ ਪਈਆਂ ਨੇ। ਪੁਰਾਣੇ ਟਾਈਮ ਦੇ ਵਿੱਚ ਵਿਸਾਖੀ ਦਾ ਇਸੇ ਕਰਕੇ ਬਣਾਇਆ ਗਿਆ ਸੀ ਕਿਉਂਕਿ ਮਿਡ ਆਪਾਂ ਲਗਭਗ ਅਪ੍ਰੈਲ ਆ ਜਾਂਦੀ ਸੀ ਅਤੇ ਆਪਣੀ ਫਸਲ ਪੂਰੀ ਤਰ੍ਹਾਂ ਤਿਆਰ ਮਿਲਦੀ ਸੀ ਆਪਾਂ ਨੂੰ।
ਪਰ ਹੁਣ ਜਿਹੜਾ ਗੱਲ ਹੋਈ ਆਪਣੀ ਆਪਣਾ ਨੂੰ ਹੁਣ ਸਾਨੂੰ ਜੋ ਖੇਤੀਬਾੜੀ ਵਿਭਾਗ ਨੂੰ ਹੁਣ ਖਦਸ਼ਾ ਇਸ ਵੇਲੇ ਜਿਹੜਾ ਫਸਲ ਦਾ ਝਾੜ 10 ਤੋਂ 15% ਯਾਨੀ 1 ਤੋਂ 1.5 ਕੁਇੰਟਲ ਤੱਕ ਲਗਭਗ ਆਮ ਖੇਤ ਦੇ ਵਿੱਚ ਤੁਹਾਨੂੰ ਗਿਰਾਵਟ ਨਜ਼ਰ ਆਊਗੀ। ਕਾਰਨ ਕੀ ਹੈ ਇਸ ਦਾ? ਮਾਰਚ ਮਹੀਨੇ ਦੇ ਵਿੱਚ ਬੇਹਤਾਸ਼ਾ ਪਿਛਲੇ ਕਈ ਦਹਾਕਾਂ ਦਾ ਜਿਹੜਾ ਡਾਟਾ ਲਿੱਤਾ ਗਿਆ ਵਾ ਉਸ ਦੇ ਕੰਪੈਟੀਬਲੀ ਬਹੁਤ ਜ਼ਿਆਦਾ ਗਰਮੀ ਨੋਟ ਕੀਤੀ ਗਈ ਹੈ। ਇਸ ਕਰਕੇ ਸਾਨੂੰ ਵੀ ਇਹ ਖਦਸ਼ਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਿਸਾਨ ਵੀਰ ਆ ਥੋੜ੍ਹਾ ਜਿਹਾ ਉਹਨਾਂ ਨੂੰ ਆਪਾਂ ਨੂੰ ਫਸਲ ਦੇ ਵਿੱਚ ਗਿਰਾਵਟ ਦੇਖਣੀ ਪੈ ਸਕਦੀ ਹੈ ਝਾੜ ਦੇ ਵਿੱਚ। ਰਮਨ ਜੀ, ਜੇ ਆਪਾਂ ਗੱਲ ਕਰੀਏ ਕਿ ਜਿਵੇਂ ਗਰਮੀ ਵੱਧਦੀ ਆ ਤਾਂ ਗਰਮੀ ਵਧਣ ਦੇ ਨਾਲ ਫਸਲਾਂ ਦੇ ਵਿੱਚ ਜਿੱਥੇ ਸੁਭਾਵਿਕ ਨੁਕਸਾਨ ਹੋਣ ਦੀ ਗੱਲ ਆ ਤੇ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਆਮ ਜਿਹੜੇ ਇਨਸਾਨ ਆ ਉਹਨਾਂ ਤੇ ਵੀ ਪਸ਼ੂ ਪੰਛੀ ਜਾਨਵਰਾਂ ਤੇ ਸਭ ਤੇ ਪ੍ਰਭਾਵਿਤ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਦੇਖਣ ਨੂੰ ਮਿਲੂਗਾ। ਕੀ ਸੁਝਾਅ ਦੇਣਾ ਚਾਹੁੰਦੇ ਆ? ਕਿਉਂਕਿ ਤੁਸੀਂ ਜ਼ਿੰਮੇਵਾਰ ਅਹੁਦੇ 'ਤੇ ਹੋ, ਤੁਸੀਂ ਅਫਸਰ ਹੋ, ਤੁਹਾਡੇ ਕੋਲ ਡਾਟੇ ਨੇ, ਤੁਹਾਡੇ ਕੋਲ ਸਾਰਾ ਵਿਭਾਗ ਵੱਲੋਂ ਜਾਣਕਾਰੀਆਂ ਆਉਂਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੀਕਾਸ਼ਨ ਹੋ ਸਕਦੇ ਆ, ਜਿਵੇਂ ਕਿ ਆਪਾਂ ਰੁੱਖਾਂ ਦੀ ਗਿਣਤੀ ਆਪਣੀ ਧਰਤੀ 'ਤੇ ਘਟ ਗਈ ਆ, ਇਹਨੂੰ ਲੈ ਕੇ ਵਾਤਾਵਰਨ ਜਿਹੜਾ ਚੇਂਜ ਹੋ ਰਿਹਾ, ਕੀ ਕਹਿਣਾ ਚਾਹੁੰਦੇ ਕਿਸਾਨੀ ਵਰਗ? ਬਿਲਕੁਲ, ਜੇਕਰ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਚੀਜ਼ ਦੇ ਉੱਤੇ ਪਹਿਲਾਂ ਦੇਖਭਾਲ, ਕਿਸੇ ਵੀ ਚੀਜ਼ ਜੇ ਆਪਾਂ ਕਿਸੇ ਨੂੰ ਚੀਜ਼ ਨੂੰ ਸਾਂਭਾਂਗੇ ਤਾਂ ਲੋੜ ਲੰਬੇ ਟਾਈਮ ਤੱਕ ਚੱਲ ਸਕਦੀ ਹੈ। ਇਵੇਂ ਹੀ ਫਸਲ ਹੈ, ਇਵੇਂ ਹੀ ਧਰਤੀ ਹੈ। ਸਭ ਤੋਂ ਪਹਿਲੀ ਗੱਲ ਕੀਤੀ ਆਪਾਂ ਟੈਂਪਰੇਚਰ ਦੀ। ਟੈਂਪਰੇਚਰ ਨੂੰ ਮੇਨਟੇਨ ਕਰਨ ਦੇ ਲਈ ਸਭ ਤੋਂ ਪਹਿਲੀ ਗੱਲ ਆਪਾਂ ਆਲਾ ਦੁਆਲਾ ਆਪਣਾ ਪਹਿਲੇ ਖੂਹਾਂ ਦੇ ਉੱਤੇ ਆਪਣੇ ਬਹੁਤ ਜ਼ਿਆਦਾ ਦਰਖਤ ਹੁੰਦੇ ਸੀ, ਪਰ ਹੁਣ ਕੀ ਹੋ ਗਿਆ ਵਾ ਆਪਾਂ ਸਾਰੀ ਉਹ ਜਿਹੜੀ ਖੂਹ ਵਾਲੀ ਜ਼ਮੀਨ ਵੀ ਆ ਉਹ ਵੀ ਆਪਾਂ ਖੇਤੀ ਥੱਲੇ ਲਿਆ। ਕੋਈ ਦਰਖਤ ਨਹੀਂ ਆਲੇ ਦੁਆਲੇ ਪਿੰਡ ਦੇ ਵਿੱਚ ਬੰਨਿਆਂ ਦੇ ਉੱਤੇ ਆਪਾਂ ਖਾਣ ਵੱਲ ਜ਼ਿਆਦਾ ਤੁਰ ਪਏ ਆ, ਪਰ ਜਿਹੜਾ ਆਪਾਂ ਸਾਂਭ ਵੱਲ ਆ ਉਹ ਨਹੀਂ ਚੱਲ ਰਹੀ। ਤਾਂ ਆਪਾਂ ਜੇਕਰ ਕਰਨੀ ਆ ਆਪਾਂ ਕਿਸੇ ਟੈਂਪਰੇਚਰ ਦੀ ਗੱਲ ਕਰਾਂਗੇ ਤਾਂ ਮੈਂ ਇੱਥੇ ਕਿਸਾਨ ਵੀਰਾਂ ਨੂੰ ਇਹੀ ਗੱਲ ਕਰਾਂਗੇ ਕਿ ਇੱਕ ਜਣੇ ਨਾਲ ਨਹੀਂ ਹੋਣਾ, ਇਹ ਸਾਰਿਆਂ ਦੇ ਨਾਲ ਮਿਲ ਕੇ ਹੀ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ। ਉਹ ਜਿਹੜਾ ਇੱਕ ਆਪਾਂ ਜਾਵਾਂਗੇ ਇੱਕ ਰੁੱਖ ਇੱਕ ਬੰਦਾ ਵੀ ਲਾਵਾਂਗੇ, ਆਪਾਂ 100 ਕਰੋੜ ਦੀ ਆਬਾਦੀ ਤੋਂ ਉੱਪਰ ਦੀ ਆਬਾਦੀ ਹੈ ਤਾਂ 100 ਕਰੋੜ ਤੋਂ ਉੱਪਰ ਜੇਕਰ ਇੰਡੀਆ ਦੇ ਵਿੱਚ ਰੁੱਖ ਲੱਗ ਜਾਂਦਾ ਹੈ ਤਾਂ ਮੈਨੂੰ ਉਮੀਦ ਹੈ 1 ਜਾਂ 2 ਡਿਗਰੀ ਦਾ ਟੈਂਪਰੇਚਰ ਦਾ ਤਾਂ ਜ਼ਰੂਰ ਫਰਕ ਪਊਗਾ। ਤਾਂ ਕਿਸਾਨ ਵੀਰਾਂ ਨੂੰ ਇਹੀ ਕਰਾਂਗਾ। ਬਾਕੀ ਰਹੀ ਪ੍ਰੀਕਾਸ਼ਨ ਦੀ ਗੱਲ, ਤਾਂ ਫਸਲਾਂ ਵੈਸੇ ਤਾਂ ਹੁਣ ਤੱਕ ਲਗਭਗ ਪੱਕ ਚੁੱਕੀਆਂ ਨੇ, ਫਿਰ ਵੀ ਜੇ ਕਿਸੇ ਦੇ ਕਿਸਾਨ ਵੀਰ ਦੀ ਆਪਣੀ ਲੇਟ ਬਿਜਾਈ ਕੀਤੀ ਹੋਵੇ, ਉਹਦੀ ਥੋੜ੍ਹੀ ਬਹੁਤੀ ਹਰੀ ਹੋਵੇ ਤਾਂ ਪ੍ਰੀਕਾਸ਼ਨਰੀ ਰੂਪ ਦੇ ਵਿੱਚ ਬਚਾਅ ਦੇ ਰੂਪ ਦੇ ਵਿੱਚ ਥੋੜ੍ਹਾ ਜਿਹਾ ਹਲਕਾ ਪਾਣੀ ਕਣਕ ਨੂੰ ਜ਼ਰੂਰ ਦੇਣ, ਕਿਉਂਕਿ ਵੱਧਦੇ ਟੈਂਪਰੇਚਰ ਦੇ ਕਰਕੇ ਤੁਸੀਂ ਕਿਸਾਨ ਵੀਰਾਂ ਨੇ ਵੇਖਿਆ ਹੋਣਾ ਵਾ ਕਿ ਜਿਹੜਾ ਕਣਕ ਦਾ ਦਾਣਾ ਵਾ ਉਹ ਗੁਲਾਬੀ ਭਾਵ ਮਾਰਨ ਲੱਗ ਗਿਆ ਵਾ ਇੱਕਦਮ ਹੀ, ਕਿਉਂਕਿ ਟੈਂਪਰੇਚਰ ਦੇ ਵਿੱਚ ਫਰਕ ਪੈ ਗਿਆ। ਉਹਦੇ ਕਰਕੇ ਉਹਦੇ ਵਿੱਚ ਥੋੜ੍ਹੀ ਜਿਹੀ ਉਹਦੀ ਜਿਹੜੀ ਬਣਤਰ ਆ ਉਹ ਗੁਲਾਬੀ ਰੰਗ ਦੀ ਹੋ ਗਈ ਹੈ। ਇਸ ਵਿੱਚ ਘਬਰਾਉਣ ਦੀ ਗੱਲ ਨਹੀਂ ਹੈਗੀ, ਤੁਹਾਡਾ ਕੋਈ ਕਸੂਰ ਨਹੀਂ, ਇਹ ਬਸ ਕੁਦਰਤੀ ਕਹਿ ਲਓ ਆਪਸ ਦੇ ਵਿੱਚ। ਇਸ ਵਾਰੀ ਇਸ ਕਰਕੇ ਕਿਸੇ ਡੀਲਰ ਦੇ ਕਹੇ ਜਾਂ ਕਿਸੇ ਹੋਰ ਦੇ ਕਹੇ ਦੇ ਤੁਸੀਂ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ, ਇਹ ਸਿਰਫ ਕੁਦਰਤੀ ਹੈ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ, ਇੱਕ ਹਲਕਾ ਪਾਣੀ ਦੇ ਦਿਓ ਤੇ ਜ਼ਮੀਨ ਦਾ ਟੈਂਪਰੇਚਰ ਥੋੜ੍ਹਾ ਥੱਲੇ ਆਊਗਾ ਤੇ ਫਸਲ ਦੇ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਣਾ। ਰਮਨ ਜੀ, ਸਾਨੂੰ ਸਮਾਂ ਦਿੱਤਾ, ਧੰਨਵਾਦ ਤੁਹਾਡਾ। ਧੰਨਵਾਦ ਜੀ। ਖੇਤੀ ਵਿਕਾਸ ਅਫਸਰ ਰਮਨ, ਜ਼ਿਲ੍ਹਾ ਜਲੰਧਰ ਤੋਂ, ਬਲਾਕ ਰੁੜਕਾ ਤੋਂ, ਉਹਨਾਂ ਦਾ ਮੰਨਣਾ ਆ ਕਿ ਜਿੱਥੇ ਹਵਾ ਪਾਣੀ ਤੇ ਵਾਤਾਵਰਨ ਦੀ ਗੱਲ ਹੁੰਦੀ ਉੱਥੇ ਦਰਖਤਾਂ ਦਾ ਰੁੱਖਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਆ। ਜੇਕਰ ਇੱਕ ਮਨੁੱਖ ਇੱਕ ਰੁੱਖ ਲਾਵੇ ਤਾਂ ਇਸ ਜਿਹੜੇ ਵੱਧਦੇ ਟੈਂਪਰੇਚਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਗਰਮੀ ਤੋਂ ਨਿਜਾਤ ਪਾ ਸਕਦੀਆਂ। ਜੇਕਰ 41, 41.5, 42 ਡਿਗਰੀ ਅਪ੍ਰੈਲ ਦੇ 6-7 ਤਰੀਕ ਦੇ ਵਿੱਚ ਦਰਜ ਕੀਤਾ ਜਾਂਦਾ ਆ ਤਾਂ ਇਹ ਵੱਧਦਾ ਟੈਂਪਰੇਚਰ ਆਉਣ ਵਾਲੇ ਅਪ੍ਰੈਲ ਦੇ ਅਖੀਰਲੇ ਦਿਨਾਂ ਵਿੱਚ, ਮਈ ਦੇ ਜੂਨ ਦੇ ਦਿਨਾਂ ਦੇ ਵਿੱਚ ਬਹੁਤ ਵੱਡੀ ਲੋਕਾਂ ਦੇ ਉੱਤੇ ਆਪਣੀ ਤਪਸ਼ ਦੇ ਪੱਖੋਂ ਮਾਰ ਮਾਰੇਗਾ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਕੁਦਰਤ ਤੋਂ ਮੁਨਕਰ ਹੋਏ ਹਾਂ, ਰੁੱਖਾਂ ਤੋਂ ਦੂਰ ਹੋਏ ਹਾਂ, ਉਸ ਚੀਜ਼ ਦੀ ਸਜ਼ਾ ਕਿਤੇ ਸਾਨੂੰ ਤਾਂ ਨਹੀਂ ਮਿਲ ਰਹੀ, ਇਹ ਆਉਣ ਵਾਲੇ ਸਮੇਂ 'ਚ ਦੇਖਣੀ ਪਊਗੀ। ਕਰਦੇ ਹਾਂ ਕੁਝ ਕਿਸਾਨਾਂ ਨਾਲ ਵੀ ਗੱਲਬਾਤ ਤੇ ਕਿਸਾਨਾਂ ਦੇ ਕੋਲੋਂ ਵੀ ਜਾਣਦੇ ਹਾਂ ਕਿ ਇਸ ਵੇਲੇ ਫਸਲ ਦੇ ਕੀ ਹਾਲਾਤ ਨੇ। ਸਾਡੇ ਨਾਲ ਇਸ ਵੇਲੇ ਪਿੰਡ ਪੁਆਧੜਾ, ਜ਼ਿਲ੍ਹਾ ਜਲੰਧਰ ਦਾ ਪਿੰਡ ਪੁਆਧੜਾ ਤੋਂ ਸਰਦਾਰ ਬਲਵੀਰ ਸਿੰਘ ਦਸਾਂਝ ਮੌਜੂਦ ਆ। ਉਹਨਾਂ ਨਾਲ ਕਰਦੇ ਗੱਲਬਾਤ ਕਿ ਕਿਉਂਕਿ ਕਿਸਾਨ ਇੱਕ ਉਹ ਖੇਤੀ ਦਾ ਕਹਿ ਸਕਦੇ ਮਾਹਰ ਹੁੰਦਾ ਆ ਜਿਹਨੂੰ 1 ਇੰਚ ਦਾ ਪਤਾ ਹੁੰਦਾ ਆ ਵੀ ਫਸਲ ਦੇ ਵਿੱਚ ਕਿੱਥੇ ਆਣ ਕੇ ਕੋਈ ਕਮੀ ਪੇਸ਼ੀ ਆ ਰਹੀ ਆ ਤਾਂ ਬਦਲਦੇ ਮੌਸਮ ਦੇ ਦੌਰਾਨ ਕਣਕ ਦੇ ਝਾੜ ਦੇ ਉੱਤੇ ਕਿੰਨਾ ਅਸਰ ਪੈ ਸਕਦਾ ਆ ਤੇ ਕਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਿਸਾਨੀ ਦਾ ਹੋ ਸਕਦਾ। ਗੱਲਬਾਤ ਕਰਦੇ ਆ। ਪੁਆੜਾ ਸਾਹਿਬ, ਨਿੱਘਾ ਜੀ ਆਇਆ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਰਦਾਰ ਗੁਰਨਾਮ ਸਿੰਘ ਜੀ ਤੁਹਾਡਾ ਤੇ ਪੰਜਾਬੀ ਨੈਸ਼ਨਲ ਟੀਵੀ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੀ ਇਹ ਵੀਡੀਓ ਨੂੰ ਜਿਹੜਾ ਦਰਸ਼ਕਾਂ ਦੇ ਰੂਬਰੂ ਕਰਨ ਦੀ ਖੇਚਲ ਕੀਤੀ ਆ,
ਤੁਹਾਨੂੰ ਜੀ ਆਇਆਂ ਤੇ ਨਿੱਘਾ ਸਵਾਗਤ ਤੁਹਾਡਾ ਵੀ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਜੀ ਆਪਾਂ ਗੱਲਬਾਤ ਕਰਦੇ ਹਾਂ ਬਈ ਪਿਛਲੇ ਮਾਰਚ ਦੇ 2 ਹਫ਼ਤੇ ਤਾਂ ਅਪ੍ਰੈਲ ਚੜ੍ਹਦੇ ਹੀ ਜਿਹੜਾ ਗਰਮੀ ਦਾ ਤਾਪਮਾਨ ਵਧਿਆ ਆ ਤੇ ਉਹਦੇ ਨਾਲ ਜਿਹੜੀ ਫਸਲ ਖੜੀ ਆ ਕਣਕ ਦੀ, ਉਹਦੇ ਝਾੜ ਤੇ ਕਿੰਨਾ ਅਸਰ ਪੈ ਸਕਦਾ? ਗੁਰਨਾਮ ਸਿੰਘ ਜੀ, ਇਹ ਕੁਦਰਤੀ ਆ ਕਿ ਕਣਕ ਨੂੰ ਫਰਵਰੀ ਤੋਂ ਬਾਅਦ ਬਹੁਤ ਟੇਕਮਾ ਜਿਹੜਾ ਤਾਪਮਾਨ ਚਾਹੀਦਾ ਹੁੰਦਾ ਆ, ਉਹ ਜਿਹੜਾ ਕਿ ਇਸ ਵਾਰ ਕੀ ਹੋਇਆ ਕਿ ਟੈਂਪਰੇਚਰ ਜਿਹੜਾ ਪਿਛਲੇ ਸਾਰੇ ਸਾਲਾਂ ਨਾਲੋਂ ਹੱਦਾਂ ਪਾਰ ਕਰ ਗਿਆ। ਬਹੁਤ ਜ਼ਿਆਦਾ ਤਾਪਮਾਨ ਹੈ, ਇਹਦੇ ਨਾਲ ਝਾੜ ਘਟਣਾ ਕੁਦਰਤੀ ਆ। ਕਾਫੀ ਝਾੜ ਘਟ ਸਕਦਾ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ। ਜਿਵੇਂ ਆਪਾਂ ਦੇਖਦੇ ਹਾਂ ਕਿ ਪਹਿਲਾਂ ਜਿਹੜੀਆਂ ਕੰਬਾਈਨਾਂ ਆ ਉਹ 13, 14, 15 ਤਰੀਕ ਤੋਂ 16 ਤਰੀਕ ਤੋਂ ਚੱਲਣੀਆਂ ਸ਼ੁਰੂ ਹੁੰਦੀਆਂ ਤੇ ਐਤਕੀ 10 ਤਰੀਕ ਤੱਕ ਜਿਹੜੀਆਂ ਕੰਬਾਈਨਾਂ ਆ ਉਹ ਕਣਕ ਆਮ ਕਟਾਈ ਕਰਨਗੀਆਂ। ਇਹ ਆਪਾਂ ਕੀ ਦੇਖਦੇ ਹਾਂ ਕਿ ਬਦਲਦੇ ਮੌਸਮ ਦੇ ਜਿੱਥੇ ਪੂਰੀ ਦੁਨੀਆ ਵਿੱਚ ਚਿੰਤਾ ਪਾਈ ਆ, ਆਪਾਂ ਇਸ ਖਿੱਤੇ ਦੀ ਗੱਲ ਕਰੀਏ ਤੇ ਕੀ ਕਾਰਨ ਹੋਏ ਵੀ ਤਾਪਮਾਨ ਜਿਹੜਾ ਇੰਨਾ ਵੱਧ ਰਿਹਾ ਆ, ਵੀ ਕਿੱਥੇ ਕਿੱਥੇ ਇਨਸਾਨੀ ਸੁਭਾਅ ਨੇ ਕੁਦਰਤ ਦੇ ਨਾਲ ਕੋਈ ਖਿਲਵਾੜ ਕੀਤਾ ਤਾਂ ਵਧਿਆ? ਗੁਰਨਾਮ ਸਿੰਘ ਜੀ, ਜਦੋਂ ਆਪਾਂ ਦੇਖਦੇ ਹਾਂ ਜਿਵੇਂ ਜਿਵੇਂ ਬੰਦੇ ਦੀਆਂ ਲੋੜਾਂ ਵਧੀਆਂ, ਉਸ ਨੇ ਕੋਈ ਨਵੇਂ ਸਾਧਨ ਇਜਾਦ ਕੀਤੇ ਤੇ ਉਹ ਸਾਧਨਾਂ ਨੇ ਜਦੋਂ ਆਪਾਂ ਉਹਨਾਂ ਦੀ ਵਰਤੋਂ ਕਰਦੇ ਹਾਂ ਤੇ ਕੁਦਰਤ ਨਾਲ ਕੁਦਰਤੀ ਛੇੜਛਾੜ ਹੋ ਜਾਂਦੀ ਆ। ਤੇ ਦੂਸਰਾ, ਕਿਸਾਨ ਵੱਲੋਂ ਵੀ ਕੁਛ ਜਿਹੜੀਆਂ ਕਤਾਈਆਂ ਹੋਈਆਂ ਕਿ ਜਦੋਂ ਆਪਾਂ ਦੇਖਦੇ ਹਾਂ ਟਰੈਕਟਰਾਂ ਨਾਲ ਜ਼ਮੀਨ ਵਾਹੁਣੀ ਜਾਂ ਕੰਬਾਈਨਾਂ ਨਾਲ ਕਣਕ ਕੱਟਣੀ ਤੇ ਕਿਸਾਨ ਦੇ ਮਨ 'ਚ ਹੁੰਦਾ ਦਰਖਤ ਨਾ ਨੇੜੇ ਹੋਵੇ ਕਿਉਂਕਿ ਹਲ ਨਾ ਟੁੱਟ ਜਾਏ ਜਾਂ ਕੋਈ ਇੰਪਲੀਮੈਂਟ ਨਾ ਟੁੱਟ ਜਾਏ। ਤੇ ਦਰਖਤ ਹੈ ਜਿਹੜੀ ਉਹਦੀ ਕਟਾਈ ਹੈ ਜਿਹੜੀ ਉਹ ਜ਼ਿਆਦਾ ਹੋ ਗਈ ਪਿਛਲੇ 15-20 ਸਾਲ ਤੋਂ, ਜਦੋਂ ਤੋਂ ਟਰੈਕਟਰਾਂ ਨਾਲ ਖੇਤੀ ਸ਼ੁਰੂ ਹੋਈ ਆ। ਤੇ ਉਹ ਦਰਖਤਾਂ ਦੇ ਕੱਟਣ ਦੇ ਕਾਰਨ ਵੀ ਆਪਾਂ ਸੋਚਦੇ ਹਾਂ ਕਿ ਜਿਹੜਾ ਟੈਂਪਰੇਚਰ ਆ ਇਹ ਵੱਧ ਰਿਹਾ, ਜ਼ਿਆਦਾ ਵਾਤਾਵਰਨ ਜਿਹੜਾ ਖਰਾਬ ਹੋ ਰਿਹਾ ਉਸ ਕਰਕੇ। ਕੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਤੋਂ ਕੁਝ ਸਬਕ ਲੈਣੇ ਚਾਹੀਦੇ, ਸਿੱਖਣੇ ਚਾਹੀਦਾ ਕੁਝ ਵੀ ਠੀਕ ਆ, ਸਾਨੂੰ ਜਿੱਥੇ ਔਸਤ ਜਿਹੜੀ ਆ ਉਹ ਵੀ ਚਾਹੀਦੀ ਆ, ਪਰ ਘੱਟੋ ਘੱਟ ਸਾਹ ਲੈਣ ਲਈ ਵਾਤਾਵਰਨ ਵੀ ਸਾਡਾ ਜਿਹੜਾ ਸਾਡੇ ਹੱਕ 'ਚ ਚਾਹੀਦਾ ਆ। ਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਹੜੇ ਤਰੀਕੇ ਦੇ ਨਾਲ ਆਪਾਂ ਗਰਮੀ ਤੋਂ ਬਚ ਸਕਦੇ? ਗੁਰਨਾਮ ਸਿੰਘ ਜੀ, ਚਾਹੀਦਾ ਤਾਂ ਇਹ ਹੈ ਕਿ ਅਸੀਂ ਕੁਦਰਤੀ ਸਰੋਤਾਂ ਦੀ, ਸਾਰੇ ਹੀ ਜਿੰਨੇ ਵੀ ਕੁਦਰਤੀ ਸਰੋਤ ਆ ਉਹਨਾਂ ਨੂੰ ਸੰਭਾਲੀਏ। ਤੇ ਦੂਸਰਾ, ਗੁਰਬਾਣੀ ਦਾ ਕਥਨ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇ ਤਿੰਨਾਂ ਚੀਜ਼ਾਂ ਨੂੰ ਸਾਂਭਣ ਲਈ ਅਸੀਂ ਕੁਦਰਤੀ ਸਾਧਨਾਂ ਨੂੰ ਨਾ ਅਪਣਾਇਆ, ਜੇ ਅਸੀਂ ਸਾਇੰਸ ਦੇ ਦਿੱਤੇ ਹੋਏ ਤਰੀਕਿਆਂ ਨਾਲ ਚੱਲਦੇ ਰਹੇ ਤਾਂ ਉਹ ਦਿਨ ਦੂਰ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਰਾ ਕੁਝ ਅੰਤ ਵੱਲ ਨੂੰ ਜਾ ਰਿਹਾ ਆ। ਮਾਰੂਥਲ ਬਣ ਸਕਦਾ ਹੈ ਪੰਜਾਬ, ਵੱਸਦਾ ਹਰਾ ਭਰਾ ਪੰਜਾਬ ਮਾਰੂਥਲ ਬਣ ਜੂਗਾ। ਸੋ ਲੋੜ ਆ ਸਾਨੂੰ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਧਰਤੀ ਦੇ ਵਿੱਚ ਰਸਾਇਣ ਘੱਟ ਪਾ ਕੇ ਇਹਨੂੰ ਜਿਹੜਾ ਆਪਾਂ ਧਰਤੀ ਨੂੰ ਵੀ ਬਚਾਈਏ। ਇਹ ਸਾਰੇ ਹੀ ਕਾਰਨ ਆ ਜਿਹੜੇ ਇਹ ਕਿਤੇ ਨਾ ਕਿਤੇ ਵਾਤਾਵਰਨ ਨੂੰ ਖਰਾਬ ਕਰਨ ਲਈ ਇਹ ਹੈਗੇ ਆ। ਤੇ ਇਹਨਾਂ ਤੋਂ ਸਾਨੂੰ ਇਹ ਸਿੱਖਣਾ ਪੈਣਾ ਕਿ ਅਸੀਂ ਕੁਦਰਤੀ ਸਾਧਨਾਂ ਨੂੰ ਵੱਧ ਤੋਂ ਵੱਧ ਅਪਣਾਈਏ। ਜੇ ਆਪਾਂ ਕਣਕ ਦੇ ਸਿੱਟੇ ਦੀ ਗੱਲ ਕਰੀਏ ਤੇ ਇਹ ਜਿਹੜਾ ਰੰਗ ਆ, ਇਹ ਆਪਾਂ ਦੇਖਦੇ ਹੁੰਨੇ ਆ ਵੀ ਘੱਟੋ ਘੱਟ ਵਿਸਾਖੀ ਤੋਂ ਵੀ 5-7 ਦਿਨ ਬਾਅਦ ਇਹ ਰੰਗ ਹੋਣਾ ਸੀ, ਜਿਹੜਾ ਕਿ ਅਪ੍ਰੈਲ ਦੇ ਚੜ੍ਹਦੇ ਹਫ਼ਤੇ ਜਿਹੜਾ ਰੰਗ ਬਦਲ ਕੇ ਇੱਕਦਮ ਕਣਕ ਦਾ ਇਹ ਸੁਨਹਿਰੀ ਹੋ ਗਿਆ। ਕਿੰਨਾ ਕੁ ਤੁਹਾਡੇ ਹਿਸਾਬ ਨਾਲ ਝਾੜ ਕੱਟ ਸਕਦਾ? ਗੁਰਨਾਮ ਸਿੰਘ, ਜਿਹੜਾ ਆਪਾਂ ਦੇਖਦੇ ਆ ਇਹਨੂੰ ਲੋੜ ਠੰਡ ਦੀ ਹੁੰਦੀ ਆ ਕਿ ਜਿਹੜਾ ਟੈਂਪਰੇਚਰ ਆ ਉਹ 25-28 ਡਿਗਰੀ ਰਹਿਣਾ ਚਾਹੀਦਾ ਆ। ਜਦੋਂ 25-28 ਡਿਗਰੀ ਟੈਂਪਰੇਚਰ ਹੁੰਦਾ ਆ ਤੇ ਜਿਹੜਾ ਦਾਣੇ ਦੇ ਵਿੱਚ ਦੁੱਧ ਬਣਦਾ ਆ ਉਹ ਦੁੱਧ ਨੂੰ ਸੁੱਕਣ ਲਈ ਹੌਲੀ ਹੌਲੀ ਤਾਪਮਾਨ ਦੇ ਵਿੱਚ ਸੁੱਕੂਗਾ ਤੇ ਦਾਣਾ ਉਹਦਾ ਮੋਟਾ ਹੋ ਜਾਂਦਾ, ਦਾਣਾ ਭਰਦਾ ਆ। ਤੇ ਜਦੋਂ ਟੈਂਪਰੇਚਰ ਇੱਕਦਮ ਤਾਪਮਾਨ ਜਿਹੜਾ ਆਪਣਾ 35 ਤੋਂ ਉੱਪਰ ਹੀ ਰਿਹਾ, ਉਹਦੇ ਕਰਕੇ ਜਿਹੜਾ ਦੁੱਧ ਸੀ ਉਹ ਅੱਜ ਕੱਲ੍ਹ ਤਾਂ 40-41 ਡਿਗਰੀ ਚੱਲ ਰਿਹਾ। ਹਾਂ, 40-41 ਡਿਗਰੀ ਚੱਲ ਰਿਹਾ। ਉਹੀ ਆਪਾਂ ਦੇਖਦੇ ਹਾਂ ਕਿ ਇੰਨਾ ਤਾਪਮਾਨ ਜਿਹੜਾ ਅੱਗੇ ਕਦੀ ਨਹੀਂ ਦੇਖਿਆ ਇਹਨਾਂ ਦਿਨਾਂ ਵਿੱਚ। ਤੇ ਉਹ ਵਧਣ ਦੇ ਕਰਕੇ ਜਿਹੜਾ ਦਾਣਾ ਜਿਹੜਾ ਸੁੰਗੜ ਗਿਆ ਆ ਤੇ ਐਤਕੀ ਲੱਗਦਾ ਆ ਕਿ ਔਸਤਨ ਜਿਹੜਾ ਝਾੜ ਆ ਉਹ 10-15% ਘਟ ਸਕਦਾ ਆ। ਜੋ ਮੋਟਾ ਹਿਸਾਬ ਲਾਈਏ 5-4 ਬੋਰੀਆਂ 5-4 ਕੁਆਂਟਲ 5 ਕੁਆਂਟਲ ਘਟ ਸਕਦਾ ਆ ਕਿਉਂਕਿ ਪਹਿਲੋਂ ਥੋੜਾ ਮੀਂਹ ਦੀ ਮਾਰ 'ਚ ਆ ਗਈਆਂ ਕਣਕਾਂ ਤੇ ਫਿਰ ਉਹਨੇ ਥੋੜਾ ਬਹੁਤਾ ਫਸਲ ਸੰਭਣ ਲੱਗੀ ਤੇ ਟੈਂਪਰੇਚਰ ਵੱਧ ਗਿਆ, ਜਿਹਦੇ ਕਰਕੇ ਝਾੜ ਕਣਕ ਦਾ ਕੀ ਕਾਫੀ ਘੱਟ ਰਹੂਗਾ। ਸਾਹਿਬ ਸਾਨੂੰ ਸਮਾਂ ਦਿੱਤਾ, ਧੰਨਵਾਦ। ਮੇਰੇ ਵੱਲੋਂ ਪੰਜਾਬੀ ਨੈਸ਼ਨਲ ਟੀਵੀ ਤੇ ਆਈ ਹੋਈ ਟੀਮ ਗੁਰਨਾਮ ਸਿੰਘ ਹੁਣੀ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਬਲਵੀਰ ਸਿੰਘ ਦੋਸਾਂਝ ਦਾ ਮੰਨਣਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਾਨੂੰ ਸਾਇੰਸ ਦਾ ਤਜਰਬੇ ਦੇ ਹਿਸਾਬ ਦੇ ਨਾਲ ਸਾਥ ਲੈਣਾ ਚਾਹੀਦਾ ਤਾਂ ਉੱਥੇ ਕੁਦਰਤੀ ਜਿਹੜੇ ਸਰੋਤ ਆ ਸਾਨੂੰ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ, ਤਾਂ ਕਿ ਜਿਹੜੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਾਰਾਂ ਖੇਤੀ ਨੂੰ ਪੈ ਰਹੀਆਂ ਨੇ, ਝਾੜ ਘਟ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਸੀਬਤਾਂ ਤੋਂ ਬਚਣ ਲਈ ਸਾਨੂੰ ਰੁੱਖਾਂ ਨੂੰ ਲਾਉਣ ਲਈ ਉਦਮ ਉਪਰਾਲੇ ਕਰਨੇ ਰਹਿਣਗੇ। ਕਰਦੇ ਆ ਕੁਝ ਹੋਰ ਕਿਸਾਨ ਵੀਰਾਂ ਦੇ ਨਾਲ ਗੱਲਬਾਤ। ਕਰਦੇ ਆ ਕੰਬਾਈਨ ਵਾਲੇ ਵੀਰਾਂ ਦੇ ਨਾਲ ਗੱਲਬਾਤ ਕਿ ਜਿਨ੍ਹਾਂ ਦਾ ਲੰਬਾ ਤਜਰਬਾ ਰਿਹਾ ਆ ਵੀ ਪਿਛਲੀਆਂ ਵਾਢੀਆਂ ਦੌਰਾਨ, ਪਿਛਲੀਆਂ ਕਣਕਾਂ ਦੀਆਂ ਕਟਾਈ ਦੇ ਦੌਰਾਨ ਕਿਹੜੇ ਦਿਨਾਂ ਦੇ ਵਿੱਚ ਜ਼ਿਆਦਾ ਰਸ਼ ਜ਼ੋਰ ਪੈਂਦਾ ਸੀ, ਪਰ ਇਸ ਸਮੇਂ ਕਣਕ ਦੀ ਜਿਸ ਤਰ੍ਹਾਂ ਕਟਾਈ ਅਗੇਤੀ ਹੋ ਗਈ ਆ, ਗਰਮੀ ਬਹੁਤ ਵੱਧ ਗਈ ਆ, ਤਾਪਮਾਨ 40 41 42 ਡਿਗਰੀ ਤੱਕ ਮਾਰਚ ਦੇ ਅਖੀਰ ਅਪ੍ਰੈਲ ਚੜ੍ਹਦੇ ਗਿਆ ਆ, ਉਹਦੇ ਨਾਲ ਝਾੜ ਤੇ ਕੀ ਅਸਰ ਪਿਆ, ਕਣਕ ਦੀ ਫਸਲ ਤੇ ਕੀ ਅਸਰ ਪਿਆ। ਸਾਡੇ ਨਾਲ ਗੁਰਵੀਰ ਸਿੰਘ ਸੰਧੂ ਬਿਲਗਮ ਤੋਂ ਮੌਜੂਦ ਨੇ, ਉਹਨਾਂ ਨਾਲ ਕਰਦੇ ਆ ਗੱਲਬਾਤ ਕਿ ਲੰਬਾ ਤਜਰਬਾ ਉਹਨਾਂ ਦਾ ਕੰਬਾਈਨ ਦੀ ਕਟਾਈ ਨੂੰ ਲੈ ਕੇ ਜੇ ਸੀਜ਼ਨ ਉਹ ਲਾਉਂਦੇ ਰਹੇ ਨੇ, ਤੇ ਇਸ ਵਾਰੀ ਜਿਹੜਾ ਪਹਿਲਾ ਸੀਜ਼ਨ ਸ਼ੁਰੂ ਹੋ ਗਿਆ ਤੇ ਇਸ ਬਦਲੇ ਹੋਏ ਮੌਸਮ ਦਾ ਕਿੰਨਾ ਫਸਲ ਤੇ ਅਸਰ ਪਿਆ। ਸੰਧੂ ਸਾਹਿਬ ਨਿੱਘਾ ਜੀ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ ਤੁਹਾਡਾ ਲੰਬਾ ਤਜਰਬਾ, ਕਿੰਨੇ ਸਾਲ ਹੋ ਗਏ ਕੰਬਾਈਨ ਦਾ ਇਸ ਕਾਰੋਬਾਰ? ਭਾਜੀ ਇਹ ਲੰਬਾ ਤਜਰਬਾ ਹੈ ਜੀ। ਪਹਿਲਾਂ ਫਾਦਰ ਸਾਹਿਬ ਵੀ ਇਸ ਲਾਈਨ 'ਚ ਹੀ ਨੇ, ਤੇ ਉਸ ਤੋਂ ਬਾਅਦ ਜਦੋਂ ਜਿਵੇਂ ਆਪਾਂ ਉਹ ਸੰਭਾਲੀ ਆ ਤੇ ਉਦੋਂ ਤੋਂ ਆਪਾਂ ਇਸ ਲਾਈਨ 'ਚ ਪਏ ਹੋਏ ਆ। ਪੰਜਾਬ ਦੇ ਖਿੱਤੇ ਵਿੱਚ ਇਸ ਵਾਰੀ ਮੌਸਮ ਜਿਹੜਾ ਇੱਕਦਮ ਬਦਲਿਆ। ਮਾਰਚ ਦੇ ਅਖੀਰਲੇ ਹਫ਼ਤਿਆਂ ਵਿੱਚ ਤਾਪਮਾਨ ਜਿੱਦਾਂ ਵਧਿਆ, ਅਪ੍ਰੈਲ ਦੇ ਚੜ੍ਹਦੇ ਹਫ਼ਤਿਆਂ 'ਚ ਵਧਿਆ ਤੇ ਕਟਾਈ ਵੀ ਸ਼ੁਰੂ ਹੋ ਗਈ ਆ, ਤੇ ਕੀ ਤਜਰਬਾ ਰਿਹਾ ਆ ਵੀ ਜਿਹੜਾ ਗਰਮੀ ਵਧਣ ਨਾਲ ਕਿੰਨੇ ਦਿਨ ਪਹਿਲਾਂ ਸੀਜ਼ਨ ਸ਼ੁਰੂ? ਭਾਜੀ ਗਰਮੀ ਵਧਣ ਦੇ ਨਾਲ ਕਾਫੀ ਝਾੜ ਤੇ ਫਰਕ ਪੈ ਗਿਆ ਆ। ਕਟਾਈ ਦਾ ਤਕਰੀਬਨ ਇੱਕ ਹਫ਼ਤਾ ਐਡਵਾਂਸ ਹੋ ਗਈ ਆ। ਤਕਰੀਬਨ ਜਿਹੜਾ ਕਿ ਵਿਸਾਖੀ ਤੋਂ ਬਾਅਦ ਮੰਨ ਲਓ ਵੀ 16 17 18 ਦੇ ਲਾਗੇ ਰਸ਼ ਪੈਂਦਾ ਸੀਗਾ, ਤੇ ਹੁਣ ਇਸ ਵਾਰ ਉਹ ਹਫ਼ਤਾ ਕੀਤਾ ਆ ਗਿਆ ਜੀ, ਆਉਣ ਨੂੰ ਸ਼ੁਰੂ ਹੋ ਗਿਆ, 8 9 ਸ਼ੁਰੂ ਹੋ ਗਿਆ। ਮਾਲਵੇ ਵਿੱਚ ਵੀ ਤੁਹਾਡੇ ਯਾਰ ਦੋਸਤ ਹੋਣਗੇ, ਉਹ ਉਧਰ ਵੀ ਦੱਸਦੇ ਵੀ ਕਟਾਈ ਆਪਣੇ ਨਾਲੋਂ ਵੈਸੇ ਪਹਿਲਾਂ ਹੁੰਦੀ ਸੀ, ਇਸ ਵਾਰੀ ਹੋਰ ਪਹਿਲਾਂ? ਹਾਂਜੀ, ਮੌਸਮ ਨਾਲ ਤਕਰੀਬਨ ਇਸ ਵਾਰ ਹਰਿਆਣਾ ਲਾ ਲਓ, ਆਪਣਾ ਮਾਲਵਾ ਲਾ ਲਓ, ਇਹ ਤਕਰੀਬਨ ਸੇਮ ਬੈਲਟ ਚੱਲ ਪਈ ਆ ਜੀ। ਸਾਰੇ ਇੱਕਦਮ ਜ਼ੋਰ ਪੈ ਗਿਆ ਕਿ ਮੌਸਮ ਇੱਕ ਸਾਰਾ ਇਕਸਾਰ ਹੀ ਰਿਹਾ ਆ ਜੀ। ਹਾਂਜੀ, ਉਹਦੇ ਨਾਲ ਕਾਫੀ ਝਾੜ ਤੇ ਫਰਕ ਪਿਆ ਜੀ। ਹਾਂਜੀ, ਤੇ ਕਿੰਨੇ ਕੁ ਦਿਨ ਦਾ ਸੀਜ਼ਨ ਜਿਹੜਾ ਤੁਹਾਨੂੰ ਲੱਗਦਾ ਵੀ? ਸੀਜ਼ਨ ਤਕਰੀਬਨ ਉਹੀ 10 12 ਦਿਨ ਦਾ ਸੀਜ਼ਨ ਹੁੰਦਾ ਜੀ ਇਹ ਕਣਕ ਦਾ ਜਿਹੜਾ। ਹਾਂਜੀ, ਆਪਾਂ ਗੱਲਬਾਤ ਕਰਦੇ ਹਾਂ। ਹੁਣ ਤੁਹਾਡੀ ਕਟਾਈ ਹੋ ਰਹੀ ਆ, ਜਿਹੜੀ ਗਰਮੀ ਵਧੀ ਆ, ਕਣਕ ਦਾ ਦਾਣਾ ਜਿਹੜਾ ਆ ਉਹ ਮਾਹਰ ਦੱਸਦੇ ਕੁੱਟਿਆ ਗਿਆ, ਕਿੰਨਾ ਕੁ ਝਾੜ ਘਟ ਰਿਹਾ? ਝਾੜ ਭਾਜੀ ਪਿਛਲੇ ਸਾਲ ਨਾਲੋਂ 3 ਤੋਂ 4 ਕੁਇੰਟਲ ਏਕੜ ਦੇ ਮਗਰ ਘਟ ਜਾਣਾ, ਨੁਕਸਾਨ ਹੋ ਜਾਏਗਾ, ਕਿਉਂਕਿ ਉਹ ਜਿਹੜੀ ਬਾਰਿਸ਼ ਲਾਸਟ ਬਾਰਿਸ਼ ਹੋਈ ਆ, ਬੂਰ ਦੇ ਟਾਈਮ ਹੋਈ ਆ, ਉਹਨੇ ਬੂਰ ਝਾੜ ਦਿੱਤਾ ਸੀਗਾ, ਤੇ ਛਿੱਟੇ ਦੇ ਵਿੱਚੋਂ ਕਾਫੀ ਦਾਣੇ ਆ ਜਿਨ੍ਹਾਂ ਦਾ ਹੀ ਆਪਣੀ ਹਾਂਜੀ ਮਾਰ ਕਰਕੇ ਮੱਚ ਮਰਿਆ ਹੋਇਆ ਦਾਣੇ ਦਾ, ਤੇ 3 ਤੋਂ 4 ਕੁਇੰਟਲ ਝਾੜ ਘਟੂਗਾ। ਗਰਮੀ ਵਧੀ ਉਹਦੇ ਨਾਲ ਦਾਣਾ ਸੁੰਗੜ ਗਿਆ, ਉਹਦੇ ਕਰਕੇ ਜਿੰਨੀ ਲੰਮੀ ਠੰਡ ਪੈਂਦੀ ਹੈ, ਜਿੱਦਾਂ ਪਿਛਲੇ ਸਾਲ 18 ਤਰੀਕ ਤੋਂ ਕਟਾਈ ਸ਼ੁਰੂ ਹੋਈ ਸੀਗੀ, ਉਹਦੇ ਵਿੱਚ ਵੀ ਮੁਕਚਰ ਕਿਸੇ ਹੱਦ ਤਾਈਂ ਜਾਇਜ਼ ਜਿਹਾ ਹੀ ਸੀਗਾ, ਤੇ ਐਤਕੀ ਤਾਂ ਫਿਰ ਐਨ ਰੜੀ ਪਈ ਆ ਕਣਕ। ਹੁਣ ਤੁਸੀਂ ਦੇਖੋਗੇ ਟਰਾਲੀ ਦੇ ਵਿੱਚ, ਤੇ ਅੱਜ 9 ਤਰੀਕ ਆ, ਇਹ ਭਾਵੇਂ 7 ਨੂੰ ਵੀ ਵੱਢ ਸਕਦੇ ਸੀਗੇ। ਹਾਂਜੀ, ਇਸ ਕਰਕੇ ਝਾੜ ਨੂੰ ਵੀ ਕਾਫੀ ਫਰਕ ਹੈ। ਕਾਰਨ ਪਲਾਈ ਵੀ ਮੌਸਮ ਕਿਉਂ ਵਿਗੜ ਰਿਹਾ, ਵੀ ਵਾਤਾਵਰਨ ਦੇ ਵਿੱਚ ਤਬਦੀਲੀ ਆ ਰਹੀ ਆ, ਵੀ ਜਿੱਥੇ ਕਿਤੇ ਨਾ ਕਿਤੇ ਰੁੱਖ ਸਾਡੀ ਧਰਤੀ ਤੇ ਘਟੇ ਆ, ਤੁਹਾਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦਾ ਅਸਰ? ਹਾਂਜੀ, ਰੁੱਖਾਂ ਨਾਲ ਜੀ ਫਰਕ ਪੈ ਰਿਹਾ ਆ ਜੀ। ਹੁਣ ਜਿੰਨੇ ਵੀ ਆਪਣੇ ਮੇਨ ਹਾਈਵੇ ਲਾ ਲਓ ਤੁਸੀਂ,
ਸਰਕਾਰਾਂ ਨੇ ਹਾਈਵੇ ਬਣਾਏ ਆ ਤੇ ਉਹਨਾਂ ਤੇ ਰੁੱਖ ਜਿੰਨੇ ਸੀਗੇ ਪੁਰਾਣੇ ਆਪਣੇ ਜਿਹੜੇ ਬੋਰਡ ਕਹਿ ਲਓ ਜਾਂ ਕਿਸੇ ਵੀ ਤਰ੍ਹਾਂ ਦੇ ਜਾਣੀ ਕਿ ਭਾਰੇ ਰੁੱਖ ਸੀਗੇ ਉਹ ਸਾਰੇ ਪੱਟ ਹੋ ਚੁੱਕੇ ਆ। ਹਾਂਜੀ ਬਿਲਕੁਲ ਪੱਧਰਾ ਹੀ ਪਿਆ ਜੀ ਉੱਥੇ, ਤੇ ਲਵਾਈ ਕੋਈ ਨਹੀਂ ਕੀਤੀ ਹੈਗੀ ਗੌਰਮੈਂਟ ਨਾਲ, ਜੰਗਲਾਤ ਮਹਿਕਮੇ ਨੇ ਕੋਈ ਕੀਤੀ ਆ। ਤੇ ਬਾਕੀ ਆਪਣੇ ਪਿੰਡ ਲੈਵਲ ਤੇ ਜਿਹੜੀਆਂ ਆਪਣੀ ਸੇਵਾਵਾਂ ਚੱਲਦੀਆਂ ਆ ਉਹ ਨਿਰੰਤਰ ਜਾਰੀ ਆ। ਹਾਂਜੀ ਤੇ ਜੇ ਉਹਦੇ ਨਾਲ ਚਲੋ ਸਮਾਂ ਲੱਗੂਗਾ ਤੇ ਪਹਿਲੇ ਕਲਾਈਮੇਟ 'ਚ ਆਉਣ ਲਈ, ਤੇ ਕੋਸ਼ਿਸ਼ ਜਾਰੀ ਆ ਜੀ ਸਾਰਿਆਂ ਦੀ ਰਲ ਮਿਲ ਕੇ ਭਰਾਵਾਂ ਨਾਲ। ਕਿਸਾਨੀ ਪਹਿਲਾਂ ਹੀ ਬੜੀ ਘਾਟੇ ਜਾ ਰਹੀ ਆ, ਤੁਹਾਨੂੰ ਲੱਗਦਾ ਕਿ ਜਿਹੜਾ ਹੁਣ ਕੋਈ ਐਵਰੇਜ 3 4 5 ਕੁਇੰਟਲ ਦਾ ਵੀ ਖੇਤ ਮਗਰ ਫਰਕ ਪੈ ਗਿਆ ਤੇ ਇਹਦੇ ਨਾਲ ਕਿਸਾਨੀ ਜਿਹੜੀ ਆ ਹੋਰ ਦੱਬੀ ਜਾਊ? ਹਾਂਜੀ ਇਹਨੇ ਤਾਂ ਬਹੁਤ ਫਰਕ ਪਊਗਾ ਹੁਣ। ਹਾਂਜੀ ਕਿਸਾਨੀ ਤਾਂ ਪਹਿਲਾਂ ਹੀ ਬਹੁਤ ਥੱਲੇ ਲੱਗੀ ਹੋਈ ਹੈ। ਹਾਂਜੀ ਉੱਪਰ ਦੀ ਜਿਹੜਾ ਡੀਜ਼ਲ ਦਾ ਰੇਟ ਜਿਹੜਾ ਪਿਛਲੇ 15-20 ਦਿਨ ਦੇ ਵਿੱਚ ਹੀ 10 ਰੁਪਏ ਦੇ ਨੇੜੇ ਤੇੜੇ ਵੱਧ ਗਿਆ ਤੇ ਮਸ਼ੀਨਰੀ ਟਰੈਕਟਰ ਹੋਇਆ, ਕੰਬਾਈਨ ਹੋਈ, ਇਹਨਾਂ ਕਿੰਨਾ ਕੁ ਅਸਰ ਪਊਗਾ ਕਿਸਾਨੀ? ਬਹੁਤ ਜ਼ਿਆਦਾ ਅਸਰ ਪਊਗਾ ਇਹਨਾਂ ਦਾ ਜੀ, ਬਹੁਤ ਘਾਟੇ ਜਾ ਰਹੇ ਨੇ। ਸਰਕਾਰ ਤੋਂ ਹੈ ਆਸ ਵੀ ਕੋਈ ਮੁਆਵਜ਼ਾ ਮਿਲੇ? ਦੇਖੋ ਹਜੇ ਤਾਂ ਕੁਛ ਨਹੀਂ ਹੈ, ਦੇਖੋ ਕੀ ਕਰਦੇ। ਕੰਬਾਈਨ ਵਾਲੇ ਵੀਰਾਂ ਦਾ ਮੰਨਣਾ ਤੇ ਕਿਸਾਨਾਂ ਦਾ ਮੰਨਣਾ ਆ ਕਿ ਇੱਕ ਜਿਹੜਾ ਅੰਤਮ ਮੀਂਹ ਜਿਹੜਾ ਪਿਆ ਆ ਉਸ ਕਰਕੇ ਵੀ ਫਸਲ ਦਾ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਇੱਕਦਮ ਜਦੋਂ ਗਰਮੀ ਵੱਧਦੀ ਆ ਤਾਂ ਗਰਮੀ ਵੱਧਦੀ ਦੇ ਵਿੱਚ ਦਾਣੇ ਨੂੰ ਜਿਹੜਾ 17-18 ਦਿਨ ਜਿਹੜੇ ਚਾਹੀਦੇ ਹੁੰਦੇ ਨੇ ਕਿ 28 ਤੋਂ ਲੈ ਕੇ 32 ਤੱਕ ਜਿਹੜਾ ਟੈਂਪਰੇਚਰ ਹੁੰਦਾ, ਉਹ ਟੈਂਪਰੇਚਰ ਇੱਕਦਮ ਜਦੋਂ 41-42 ਡਿਗਰੀ ਹੋਇਆ ਤੇ ਦਾਣਾ ਜਿਹੜਾ ਉਹ ਘੁੱਟਿਆ ਗਿਆ ਤੇ ਜਿਹਦੇ ਨਾਲ ਕਿਸਾਨਾਂ ਦਾ ਮੰਨਣਾ ਆ ਕਿ ਐਵਰੇਜ ਜਿਹੜੀ ਇਸ ਵੇਲੇ ਕਣਕ ਦੀ ਕਟਾਈ ਤੇ ਆ ਰਹੀ ਆ ਉਹ 4 ਤੋਂ 5 ਬੋਰੀਆਂ ਏਕੜ ਮਗਰ ਫਰਕ ਪੈ ਰਿਹਾ। ਦੇਖਦੇ ਆ ਕਿਸਾਨੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮੁਨਾਫੇ ਵਾਲਾ ਧੰਦਾ ਮੰਨ ਕੇ ਕਿਸਾਨ ਕਰ ਰਿਹਾ ਸੀ ਪਰ ਮੁਨਾਫੇ ਵਾਲਾ ਧੰਦਾ ਹੈ ਨਹੀਂ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਘਟੇ ਹੋਏ ਝਾੜ ਦਾ ਨੁਕਸਾਨ ਕਿੰਨਾ ਕਿਸਾਨ ਨੂੰ? ਜਿੱਥੇ ਤੁਸੀਂ ਦੇਖਿਆ ਕਿ ਕਿਸਾਨੀ ਮਾਹਰਾਂ ਨੇ, ਖੇਤੀ ਮਾਹਰਾਂ ਨੇ ਆਪਣਾ ਵਿਚਾਰ ਦਿੱਤਾ ਕਿ ਤਾਪਮਾਨ ਵਧਣ ਦੇ ਨਾਲ ਕਣਕ ਦੇ ਝਾੜ ਦੇ ਉੱਤੇ ਖਾਸਾ ਅਸਰ ਪਿਆ। ਕਿਸਾਨਾਂ ਦੀ ਵੀ ਗੱਲਬਾਤ ਸੁਣੀ, ਕੰਬਾਈਨਾਂ ਵਾਲੀ ਗੱਲਬਾਤ ਸੁਣੀ ਤੇ ਇਸ ਵੇਲੇ ਦਾਣਾ ਮੰਡੀ 'ਚ ਮੌਜੂਦ ਹਾਂ। ਸਾਡੇ ਨਾਲ ਕੁਝ ਆੜ੍ਹਤੀਏ ਵੀਰ ਮੌਜੂਦ ਹੈ, ਉਹਨਾਂ ਨਾਲ ਵੀ ਕਰਦੇ ਗੱਲਬਾਤ ਕਿ ਪਿਛਲੇ ਸਾਲਾਂ ਤੇ ਮੁਕਾਬਲਤਨ ਇਸ ਵਾਰ ਫਸਲ ਜਿਹੜੀ ਆ ਉਹ ਕਿੰਨੇ ਕੁ ਦਿਨ ਪਹਿਲਾਂ ਆ ਗਈ ਆ ਤਾਂ ਜਿਹੜੀ ਉਹ ਫਸਲ ਆਈ ਆ ਉਹਦੇ ਵਿੱਚ ਝਾੜ ਦਾ ਕਿੰਨਾ ਕੁ ਅਸਰ ਦੇਖਿਆ ਜਾ ਰਿਹਾ ਵੱਧਦੇ ਤਾਪਮਾਨ ਨੂੰ ਲੈ ਕੇ। ਵੀ ਜੀ ਨਿੱਘਾ ਜੀ ਆਇਆ ਜੀ। ਥੈਂਕ ਯੂ ਜੀ, ਥੈਂਕ ਯੂ। ਮੈਂ ਅਸ਼ੋਕ ਕੁਮਾਰ ਅਗਰਵਾਲ, ਪ੍ਰਧਾਨ ਬਿਲਗਾ ਮੰਡੀ। ਹਾਂਜੀ ਪਿਛਲੇ ਸਾਲ ਸਾਡੀ ਮੰਡੀ ਨਾ 13 ਜਾਂ 14 ਤਰੀਕ ਤੋਂ ਸ਼ੁਰੂ ਹੋਈ ਸੀ, ਹਲਕੀ ਥੋੜੀ ਜਿਹੜੀ ਕਿ ਐਤਕੀ 8 ਤਰੀਕ ਤੋਂ ਸ਼ੁਰੂ ਹੋ ਗਈ ਹੈ, ਲਗਭਗ ਇੱਕ ਹਫ਼ਤਾ। ਹਾਂਜੀ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋਈ ਆ। ਤਾਪਮਾਨ ਜ਼ਿਆਦਾ ਕਰਕੇ ਨਾ ਝਾੜ ਦੇ ਤਾਂ ਫਰਕ ਪੈਣਾ ਹੀ ਪੈਣਾ, ਘਟੂਗਾ ਝਾੜ ਜੀ। ਲਾਲਾ ਜੀ ਤੁਹਾਡੇ ਹਿਸਾਬ ਨਾਲ ਜੇ ਸਿੱਧੇ ਸਾਦੇ ਸ਼ਬਦਾਂ ਵਿੱਚ ਦੇਖਣਾ ਹੋਵੇ ਵੀ ਖੇਤ ਦੇ ਆਪਾਂ ਕੁਆਂਟਲਾਂ ਮਗਰ ਗਿਣੀ ਤੇ ਕਿੰਨੇ ਕੁ ਕੁਆਂਟਲ ਦਾ ਅਸਰ ਪੈ ਸਕਦਾ? ਮੇਰੇ ਹਿਸਾਬ ਨਾਲ 3 ਕੁਆਂਟਲ ਦਾ ਅਸਰ ਪਊਗਾ। ਇਸ ਵੇਲੇ ਵੀ 16 ਤੋਂ 17 ਕੁਆਂਟਲ ਆਉਣਾ ਚਾਹੀਦਾ ਝਾੜ। 17 ਕੁਆਂਟਲ ਤੋਂ ਮੇਰੇ ਹਿਸਾਬ ਨਾਲ ਨਹੀਂ ਘੱਟ ਹੋਊਗਾ, ਆਊਗੀ 17 ਕੁਆਂਟਲ ਦੀ ਐਵਰੇਜ ਜ਼ਰੂਰ ਆਊਗੀ ਜੀ। ਹਾਂਜੀ ਨਿਰਮਲ ਸਿੰਘ ਜੀ ਤੁਹਾਡੇ ਨਾਲ ਵੀ ਗੱਲ ਕਰ, ਤੁਹਾਡਾ ਕੀ ਤਜਰਬਾ? ਕਹਿੰਦੇ ਨੇ ਤੁਸੀਂ ਖੇਤੀ ਵੀ ਕਰਦੇ ਰਹੇ, ਹੁਣ ਆੜਤ ਵੀ ਕਰਦੇ ਹੋ, ਝਾੜ ਦੇ ਉੱਤੇ ਕਿੰਨਾ ਅਸਰ ਪੈ ਸਕਦਾ? ਤਜਰਬਾ ਦਾ ਜੀ ਝਾੜ ਦੇ ਉੱਤੇ ਅਸਰ ਤਾਂ ਪੈਣਾ ਹੀ ਆ। ਪਹਿਲਾਂ ਜਦੋਂ ਮੀਂਹ ਪਿਆ ਜਨਵਰੀ ਦੇ ਵਿੱਚ, ਕਣਕਾਂ ਥੋੜ੍ਹੀਆਂ ਉਦੋਂ ਵੀ ਮਰ ਗਈਆਂ, ਕੁਛ ਥੋੜ੍ਹਾ ਜਿਹਾ ਗਰਮ ਮੌਸਮ ਦੇ ਕਰਕੇ ਵੀ ਝਾੜ ਦਾ ਅਸਰ ਤਾਂ ਪਊਗਾ ਜੀ। 3-4 ਕੁਇੰਟਲ ਖੱਤੇ ਦੀ ਘਟੂ। ਜਿਹੜਾ ਇਹ ਨੁਕਸਾਨ ਨੂੰ ਪਹਿਲਾਂ ਮੀਂਹਾਂ ਦੀ ਮਾਰ ਪੈ ਗਈ, ਹੁਣ ਮੌਸਮ ਇੱਕਦਮ ਗਰਮ ਹੋ ਗਿਆ ਤੇ ਕੁਝ ਸਰਕਾਰਾਂ ਮੁਆਵਜ਼ਾ ਵਗੈਰਾ ਦੇ ਸਕਦੀਆਂ? ਦੇਖੋ ਜੀ ਸਰਕਾਰਾਂ ਤਾਂ ਕੀ ਦੇਣਾ, ਸਰਕਾਰਾਂ ਨੇ ਕੁਛ ਨਹੀਂ ਦੇਣਾ। ਇਹ ਤਾਂ ਉਹਦਾ ਸਰਕਾਰ ਨੂੰ ਚਾਹੀਦਾ ਥੋੜ੍ਹਾ ਜਿਹਾ, ਜਿੱਦਾਂ ਜ਼ਿਮੀਂਦਾਰ ਸਾਰਾ ਕੁਛ ਮਹਿੰਗਾ ਹੋ ਗਿਆ, ਸਭ ਕੁਛ ਡੀਜ਼ਲ ਮਹਿੰਗਾ ਹੋ ਗਿਆ, ਗਾਹਾਂ ਖਾਦ ਦਵਾਈਆਂ ਮਹਿੰਗੀਆਂ ਹੋ ਗਈਆਂ। ਸੋਚਣਾ ਤਾਂ ਚਾਹੀਦਾ ਹੈ ਸਰਕਾਰ ਨੂੰ ਜ਼ਿਮੀਂਦਾਰਾਂ ਬਾਰੇ। ਹਾਂ ਕੀ ਲੱਗਦਾ ਕਿ ਜਿਵੇਂ ਡੀਜ਼ਲ ਮਹਿੰਗਾ, ਖਾਦਾਂ ਮਹਿੰਗੀਆਂ, ਤੇਲ ਹੁਣ ਫਿਰ ਦੁਬਾਰਾ ਰੇਟ ਵੱਧ ਗਏ ਨੇ, ਵੀ ਉੱਪਰ ਦੀ ਝਾੜ ਘਟ ਗਿਆ, ਕਿੰਨੀ ਕੁ ਮਾਰ ਪੈ ਸਕਦੀ ਕਿਸਾਨ ਨੂੰ? ਬਹੁਤ ਜ਼ਿਆਦਾ ਮਾਰ ਪੈ ਸਕਦੀ ਹੈ ਜ਼ਮੀਨਾਂ ਨੂੰ। ਦੇਖੋ ਜੀ ਸਭ ਕੁਝ ਡੀਜ਼ਲ ਮਹਿੰਗਾ ਹੋਣ ਕਰਕੇ ਸਰਕਾਰਾਂ ਸਾਡੀ ਸੁਣ ਨਹੀਂ ਰਹੀਆਂ ਹੈਗੀਆਂ। ਕੋ ਅੱਗੇ ਵੀ ਸਾਡੇ ਨੁਕਸਾਨ ਹੋ ਰਿਹਾ, ਜ਼ਿਮੀਂਦਾਰ ਜਾ ਰਹੇ ਆ ਪਰ ਨੁਕਸਾਨ ਬਹੁਤ ਜ਼ਿਆਦਾ ਹੈ। ਕਿੰਨੀਆਂ ਕੁ ਬੋਰੀਆਂ ਘਟ ਸਕਦੀਆਂ ਖੇਤ ਮਗਰ? ਖੇਤ ਮਗਰ 3-4 ਕੁਇੰਟਲ ਦਾ ਫਰਕ ਪਊਗਾ ਜੀ ਮੈਕਸੀਮਮ। ਹਾਂਜੀ ਜੇ ਹਿਸਾਬ ਨਾਲ ਹੈਗਾ ਜੀ।
ਜਿਸ ਨਾਲ ਵੀ ਗੱਲ ਕੀਤੀ ਆ, ਚਾਹੇ ਖੇਤੀ ਮਾਹਰ ਹੋਣ, ਚਾਹੇ ਕਿਸਾਨ ਹੋਣ, ਚਾਹੇ ਕੰਬਾਈਨ ਵਾਲੇ ਹੋਣ, ਚਾਹੇ ਆੜਤੀਆ ਵੀਰ ਹੋਣ, ਆੜਤੀਆ ਵਰਗ ਵੀ ਕਿਸਾਨੀ ਨਾਲ ਇੱਕ ਜੁੜਿਆ ਹੋਇਆ ਉਹ ਕਹਿ ਸਕਦੇ ਮੁੱਖ ਧੰਦਾ ਹੈ ਕਿ ਜਿਹਦਾ ਕਿਸਾਨੀ ਨਾਲ ਬੜਾ ਗੂੜਾ ਤੇ ਨਿੱਘਾ ਰਿਸ਼ਤਾ ਰਿਹਾ ਹੈ ਇਸ ਖੇਤਰ ਦੇ ਅੰਦਰ। ਕਿਸਾਨਾਂ ਦਾ ਵੀ ਮੰਨਣਾ ਆ ਤੇ ਆੜਤੀਆਂ ਦਾ ਵੀ ਮੰਨਣਾ ਆ ਕਿ ਲਗਭਗ 3 ਕੁਆਂਟਲ ਤੋਂ ਲੈ ਕੇ ਔਸਤਨ 5 ਕੁਆਂਟਲ ਤੱਕ ਖਿੱਤੇ ਦੇ ਮੁਤਾਬਕ ਐਵਰੇਜ ਜਿਹੜੀ ਆ ਝਾੜ ਜਿਹੜਾ ਆ ਉਹ ਘਟ ਸਕਦਾ। ਘਾਟੇ ਵਿੱਚ ਜਾਂਦੀ ਹੋਈ ਕਿਸਾਨੀ ਨੇ ਜਿਸ ਤਰ੍ਹਾਂ ਪਹਿਲਾਂ ਮਾਰਾਂ ਖਾਧੀਆਂ, ਪਰ ਇਸ ਵਕਤ ਬਾਰਿਸ਼ ਹੋਣ ਕਾਰਨ ਤੇ ਨਾਲ ਇੱਕਦਮ ਗਰਮੀ ਜਿਹੜੀ ਮਾਰਚ ਤੇ ਅਪ੍ਰੈਲ ਦੇ ਅਖੀਰਲੇ ਦਿਨਾਂ ਦੇ ਵਿੱਚ ਹੋਈ ਆ, ਉਹਦੇ ਨਾਲ ਕਣਕ ਦੀ ਝਾੜ ਦੇ ਉੱਤੇ ਵੱਡਾ ਅਸਰ ਪਵੇਗਾ ਤੇ ਕਿਸਾਨੀ ਇਸ ਵਾਰੀ ਫੇਰ ਲੱਗ ਰਿਹਾ ਵੀ ਲਾਹੇਵੰਦ ਹੋਣ ਦੀ ਬਜਾਏ ਘਾਟੇ ਵਾਲਾ ਸੌਦਾ ਦੇਖੀ ਜਾ ਰਹੀ ਆ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਕੈਮਰਾਮੈਨ ਬੀਨੂ ਦੇ ਨਾਲ ਗੁਰਨਾਮ ਸਿੰਘ ਬਿਲਗਾ।